ਇਹਨਾਂ ਵਿੱਚ ਫਾਇਦਾ ਹੈ। ਇੱਕ ਤੇ ਇਹਨਾਂ ਦੇ ਬੱਚੇ ਜਿਹੜੇ ਨੇ ਸਮਝ ਲਓ ਕਿ ਹੁਣ ਬੱਕਰੀ ਸੂਈ ਹੈ ਨਾ 2-4 ਦਿਨ ਉਹਨੇ ਜਾ ਨੇ ਦੁੱਧ ਪੀਤਾ ਵੇ ਜੰਮਦਾ ਜਾ 2-4 ਦਿਨਾਂ ਦਾ ਜਨਾਬ ਮੇਰੀ ਉਹ 12-14 ਹਜ਼ਾਰ ਦਾ ਸੀ ਵੇਚਣਾ ਤੇ ਜਿਹੜਾ ਟੈਡੀ ਹੈ ਜਨਾਬ ਮੇਰੀ ਉਹ ਸਮਝ ਲਓ ਕਿ ਸਾਲ ਸਾਂਭੀਏ ਤੇ ਜਾ ਕੇ 12-14 ਹਜ਼ਾਰ ਦਾ ਬਣਦਾ। ਇੱਥੇ ਰਹਿ ਕੇ ਕਿੱਲਾ ਤੋਂ ਜ਼ਮੀਨ ਇਹਨਾਂ ਬੱਕਰੀਆਂ ਤੂੰ ਜਨਾਬ ਮੇਰੀ ਹਾਸਲ ਕੀਤੀ ਜੇ। ਅਸੀਂ 3-4 ਭੈਣਾਂ ਭਰਾ ਸਾਸਾਂ ਜਨਾਬ ਮੇਰੀ ਸ਼ਾਦੀਆਂ ਕੀਤੀਆਂ ਨੇ ਚੰਗੀਆਂ। ਬੜਾ ਅੱਲਾਹ ਪਾਕ ਦਾ ਕਰਮ ਹੈ ਇਸ ਮਾਲ ਦੀ ਵਜ੍ਹਾ ਤੋਂ ਮਾਸ਼ਾਅੱਲਾ ਰਹਿਮਤ ਹੈ ਮਾਸ਼ਾਅੱਲਾ। ਠੀਕ ਹੈ ਤੇ ਅੱਗੋਂ ਸਾਰੀ ਗੱਲ ਫਿਰ ਆਪਣੇ ਵਿੱਚ ਹੁੰਦੀ ਹੈ ਜਿੱਕਣ ਦੀ ਨੀਅਤ ਹੋਵੇ ਉਹਦਾ ਹਿਸਾਬ ਹੁੰਦਾ ਸਾਰਾ। ਜੀ ਜੀ ਨੀਅਤ ਸਾਫ਼ ਹੋਵੇ ਮਾਲ ਹੈ ਉਸਨੂੰ ਬੰਦੇ ਦਾ ਪੁੱਤਰਾ ਸਾਂਭੀਏ ਤੇ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ। ਬੰਦੇ ਬਾਹਰ ਜਾ ਕੇ ਉਹ ਕਰਦੇ ਨੇ ਇੰਜ ਉਹ ਹੋਵੇ ਜਨਾਬ ਮੇਰੀ ਬਾਹਰ ਵੀ ਰਹਿਣਾ ਧੱਕੇ ਵੀ ਖਾਣੇ ਨੇ। ਠੀਕ ਹੈ ਤੇ ਅਸੀਂ ਇੱਥੇ ਰਹਿ ਕੇ ਤੇ ਅੱਲਾਹ ਪਾਕ ਦੀ ਬੜੀ ਕਰਮ ਨਵਾਜ਼ੀ ਹੈ ਰੱਬ ਦੀ ਰਹਿਮਤ ਹੈ ਸਾਡੇ ਤੇ। ਇਹ ਸਮਝ ਲਓ ਕਿ ਆਪਣੇ ਨਾਲੋਂ ਜ਼ਿਆਦਾ ਜਿਹੜਾ ਨਾ ਇਹਨਾਂ ਦਾ ਧਿਆਨ ਰੱਖਣਾ ਪੈਂਦਾ। ਇੰਜ ਵੀ ਹੁੰਦਾ ਕਿ ਇਹਨਾਂ ਨੂੰ ਛਾਵੇਂ ਵੀ ਰੱਖਣਾ ਪੈਂਦਾ ਤੇ ਆਪ ਧੁੱਪੇ ਵੀ ਖਲੋਣਾ ਪੈਂਦਾ। ਜੀ 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 ਤੇ ਇਸ ਤਰ੍ਹਾਂ ਫਿਰ ਬੜਾ ਔਖਾ ਕੰਮ ਹੈ ਨਾ। ਐਵੇਂ ਨਹੀਂ ਕਿ ਬੱਕਰੀਆਂ ਲੈਣ ਦੀਆਂ ਨੇ ਤੇ ਰੱਖ ਲਈਆਂ ਨੇ ਤੇ ਬਸ ਜੀ ਬੱਕਰੀਆਂ ਰੱਖੀਆਂ ਨੇ ਫਾਰਮ ਬਣਾ ਲਿਆ ਇੰਜ ਹੋਵੇ ਉਹ ਨੁਕਸਾਨ ਹੀ ਹੁੰਦਾ ਬੰਦੇ ਦਾ ਐਵੇਂ ਪੈਸੇ ਖਰਾਬ करने वाली ਗੱਲ। अस्सलाम वालेकुम। वालेकुम अस्सलाम। प्यारे भाई कैसे हैं आप? जी करम जो मालिक दी जात दा। प्यारे भाई दा की नाम है? मोहम्मद वकास। वकास साहब किस इलाके तो तलक है? ਜ਼ਿਲ੍ਹਾ ਗੁਜਰਾਤ। सर ਤੁਸੀਂ ਕਿੰਨੇ ਅਰਸੇ ਤੋਂ ਬੱਕਰੀਆਂ ਦਾ ਕੰਮ ਕਰਦੇ ਹੋ ਪਏ? ਤਕਰੀਬਨ 40-50 ਸਾਲ ਹੋ ਚੱਲੇ ਨੇ। ਪਹਿਲਾਂ ਸਾਡੇ ਦਾਦਾ ਜਾਨ ਕਰਦੇ ਹਨ ਉਸ ਤੋਂ ਬਾਅਦ ਸਾਡੇ ਵਾਲਦ ਸਾਹਿਬ ਵੀ ਕਰਦੇ ਹਨ ਚਾਚੂ ਕਰਦੇ ਹਨ ਹੁਣ ਅਸੀਂ ਵੀ ਕਰਨੇ ਆ। ਮਾਸ਼ਾਅੱਲਾ ਯਾਨੀ ਕਿ ਨਸਲ ਦਰ ਨਸਲ ਤੁਸੀਂ ਇਹ ਕਾਰੋਬਾਰ ਕਰਦੇ ਹੋ ਪਏ ਤੇ ਸਰ ਇਸ ਕਾਰੋਬਾਰ ਚੋਂ ਤੁਸੀਂ ਕੀ ਸਿੱਖਿਆ ਜਾਂ ਕੀ ਹਾਸਲ ਕੀਤਾ ਹੈ ਕਿ ਤੁਹਾਡੇ ਵਾਲਦ ਸਾਹਿਬ ਵੀ ਤੁਹਾਡੇ ਦਾਦਾ ਜਾਨ ਵੀ ਇਹ ਕੰਮ ਕਰਦੇ ਸਨ ਤੁਸੀਂ ਵੀ ਇਹ ਕੰਮ ਕਰਦੇ ਹੋ ਪਏ? ਜੀ ਬੜਾ ਕੁਝ ਹਾਸਲ ਕੀਤਾ ਜੇ ਰੱਬ ਦੀ ਰਹਿਮਤ ਹੈ ਸਾਡੇ ਤੇ ਅੱਲਾਹ ਪਾਕ ਦਾ ਬੜਾ ਕਰਮ ਹੈ। ਬਈ ਇੱਥੇ ਰਹਿ ਕੇ ਇੱਕ 40-50-60 ਬੱਕਰੀਆਂ ਰੱਖ ਕੇ ਬੜਾ ਕੁਝ ਅਸੀਂ ਹਾਸਲ ਕੀਤਾ ਵੇ। ਦੁਨੀਆਦਾਰੀ ਵੀ ਜਨਾਬ ਮੇਰੀ ਨਾਲ ਹੀ ਹੈ ਫਿਰ ਅੱਗੋਂ ਹੋਰ ਬੜੇ ਲੈਣ ਦੇਣ ਹੁੰਦੇ ਨੇ। ਇੱਥੇ ਰਹਿ ਕੇ ਕਿੱਲਾ ਤੋਂ ਜ਼ਮੀਨ ਇਹਨਾਂ ਬੱਕਰੀਆਂ ਤੂੰ ਜਨਾਬ ਮੇਰੀ ਹਾਸਲ ਕੀਤੀ ਜੇ। ਅਸੀਂ 3-4 ਭੈਣਾਂ ਭਰਾ ਸਾਸਾਂ ਜਨਾਬ ਮੇਰੀ ਸ਼ਾਦੀਆਂ ਕੀਤੀਆਂ ਨੇ ਚੰਗੀਆਂ। ਬੜਾ ਅੱਲਾਹ ਪਾਕ ਦਾ ਕਰਮ ਹੈ ਇਸ ਮਾਲ ਦੀ ਵਜ੍ਹਾ ਤੋਂ ਮਾਸ਼ਾਅੱਲਾ ਰਹਿਮਤ ਹੈ ਮਾਸ਼ਾਅੱਲਾ। ਠੀਕ ਹੈ ਤੇ ਅੱਗੋਂ ਸਾਰੀ ਗੱਲ ਫਿਰ ਆਪਣੇ ਵਿੱਚ ਹੁੰਦੀ ਹੈ ਜਿੱਕਣ ਦੀ ਨੀਅਤ ਹੋਵੇ ਉਹਦਾ ਹਿਸਾਬ ਹੁੰਦਾ ਸਾਰਾ। ਜੀ ਜੀ ਨੀਅਤ ਸਾਫ਼ ਹੋਵੇ ਮਾਲ ਹੈ ਉਸਨੂੰ ਬੰਦੇ ਦਾ ਪੁੱਤਰਾ ਸਾਂਭੀਏ ਤੇ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ। ਬੰਦੇ ਬਾਹਰ ਜਾ ਕੇ ਉਹ ਕਰਦੇ ਨੇ ਇੰਜ ਉਹ ਹੋਵੇ ਜਨਾਬ ਮੇਰੀ ਬਾਹਰ ਵੀ ਰਹਿਣਾ ਧੱਕੇ ਵੀ ਖਾਣੇ ਨੇ। ਠੀਕ ਹੈ ਤੇ ਅਸੀਂ ਇੱਥੇ ਰਹਿ ਕੇ ਤੇ ਅੱਲਾਹ ਪਾਕ ਦੀ ਬੜੀ ਕਰਮ ਨਵਾਜ਼ੀ ਹੈ ਰੱਬ ਦੀ ਰਹਿਮਤ ਹੈ ਸਾਡੇ ਤੇ ਮਾਸ਼ਾਅੱਲਾ। ਭਾਈ ਇਹਨਾਂ ਬੱਕਰੀਆਂ ਤੋਂ ਜਨਾਬ ਮੇਰੀ 3 ਭਾਈ ਨੇ ਮੇਰੇ ਸਮਝ ਆਈ ਜੇ। ਇੱਕ ਜਰਮਨ ਹੈ ਇੱਕ ਸਪੇਨ ਹੈ ਇੱਕ ਯੂਨਾਨ। ਤਕਰੀਬਨ ਆ ਜਿਹੜਾ ਯੂਨਾਨ ਹੈ ਉਹਨੂੰ 4-5 ਮਹੀਨੇ ਹੋਏ ਗਿਆ ਤੇ ਇਹਨਾਂ ਬੱਕਰੀਆਂ ਵਿੱਚ ਹੋਰ ਸਾਡਾ ਇੱਥੇ ਸਾਰੇ ਇਸ ਇਲਾਕੇ ਨੂੰ ਪਤਾ ਹੋਵੇ ਕਿ ਸਾਡਾ ਇਹਨਾਂ ਤੋਂ ਇਲਾਵਾ ਕਿਸੇ ਕਿਸਮ ਦਾ ਕੋਈ ਕਾਰੋਬਾਰ ਨਹੀਂ। ਇਹਨਾਂ ਬੱਕਰੀਆਂ ਹੀ ਆ ਸਾਡੇ ਕੋਲ ਸ਼ੁਰੂ ਤੋਂ ਮਾਸ਼ਾਅੱਲਾ ਯਾਨੀ ਕਿ ਅੱਲਾਹ ਦੀ ਜ਼ਾਤ ਨੇ ਤੁਹਾਨੂੰ ਕਾਫੀ ਨਵਾਜ਼ਿਆ ਹੈ। ਅੱਲਾਹ ਪਾਕ ਦੀ ਬੜੀ ਕਰਮ ਨਵਾਜ਼ੀ ਹੈ ਸਾਡੇ ਤੇ ਰੱਬ ਦੀ ਬੜੀ ਰਹਿਮਤ ਜੀ ਮਾਸ਼ਾਅੱਲਾ। ਵਕਾਸ ਸਾਹਿਬ ਮਾਸ਼ਾਅੱਲਾ ਤੁਸੀਂ ਇਸ ਕੰਮ ਵਿੱਚ ਕਾਮਯਾਬ ਹੋ। ਅਸੀਂ ਇਸ ਤੋਂ ਪਹਿਲੇ ਵੀ ਬੱਕਰੀਆਂ ਦੀ ਕਾਫੀ ਜ਼ਿਆਦਾ ਵੀਡੀਓਜ਼ ਬਣਾਈਆਂ ਨੇ ਤੇ ਕਾਫੀ ਜ਼ਿਆਦਾ ਜਿਹੜੇ ਗੋਟ ਫਾਰਮਰ ਨੇ ਆਪਣੀ ਕਾਮਯਾਬੀਆਂ ਦੱਸਦੇ ਨੇ ਲੇਕਿਨ ਬਾਜ਼ ਔਕਾਤ ਦੇਖਣ ਵਾਲੇ ਕਹਿੰਦੇ ਨੇ ਕਿ ਇੰਨੀ ਕਾਮਯਾਬੀ ਨਹੀਂ ਮਿਲਦੀ। ਤੁਸੀਂ ਇਹ ਬੱਕਰੀਆਂ ਦੇ ਨਾਲ ਕਿਹੜਾ ਕੋਈ ਐਸਾ ਕੰਮ ਕਰਦੇ ਹੋ ਜਾਂ ਤੁਸੀਂ ਕਿਹੜੀ ਕੋਈ ਐਸੀ ਸਾਂਭ ਕਰਦੇ ਹੋ ਕਿ ਮਾਸ਼ਾਅੱਲਾ ਤੁਹਾਨੂੰ ਇਹਨਾਂ ਤੋਂ ਇੰਨਾ ਜ਼ਿਆਦਾ ਫਾਇਦਾ ਹੁੰਦਾ ਹੈ ਤੇ ਤੁਸੀਂ ਇਸ ਕੰਮ ਵਿੱਚ ਕਾਮਯਾਬ ਹੋ? ਕੋਈ ਕਿਸੇ ਕਿਸਮ ਦਾ ਕੋਈ ਵੱਖਰਾ ਕੰਮ ਨਹੀਂ ਕਰਨਾ ਪੈਂਦਾ ਸਮਝ ਆਈ ਜੇ। ਬਈ ਸਵੇਰੇ 8-9 ਵਜੇ ਨਾਲ ਇਹਨਾਂ ਨੂੰ ਖੋਲ ਲੈਣਾ ਲੈ ਜਾਣਾ ਜਨਾਬ ਮੇਰੀ ਪਿੰਡੂ ਬਾਹਰ ਲੈ ਗਏ ਕਿਰੇ ਪੈਲੀਆਂ ਛਲੀਆਂ ਜ਼ਮੀਆਂ ਸ਼ੀਆਂ ਕਿਰੇ ਕੋਈ ਵੱਢ ਛੱਡ ਲੱਭ ਗਿਆ ਕੋਈ ਘਾਹ ਬੂਟ ਕਿਰੇ ਕੋਈ ਪੈਲੀ ਛਾਲੀ ਨੂੰ ਕਿਰੇ ਮੂੰਹ ਮਰਵਾ ਲਿਆ ਨਹੀਂ ਕੋਈ ਵੱਢ ਛੱਡ ਲੱਭਾ ਤੇ ਇਸ ਤਰ੍ਹਾਂ ਬਾਹਰ ਹੀ ਚਾਰਨੀਆਂ ਚੋਰਨੀਆਂ ਨੇ ਸ਼ਾਮੀ ਜਾ ਕੇ ਲਿਆਉਣੀਆਂ ਨੇ ਸਮਝ ਆਈ ਜੇ। ਤੇ ਇਸੇ ਤਰ੍ਹਾਂ ਹੀ ਬਸ ਨਿਜ਼ਾਮ ਚੱਲਦਾ ਹੈ ਅੱਲਾਹ ਪਾਕ ਦਾ ਸ਼ੁਕਰ ਹੈ। ਤੇ ਸਰ ਇਹ ਜਿਹੜਾ ਮਾਲ ਹੈ ਇਹਦੇ 'ਚ ਇੰਨੀ ਬੱਚਤ ਕਿੰਜੋਂ ਹੀ ਆਉਂਦੀ ਹੈ? ਬੱਚਤ ਇਸ ਤਰ੍ਹਾਂ ਜਿਹੜਾ ਹੋਣਾ 40-50 ਭਰ ਨੇ ਇਹਨਾਂ ਦੇ ਵਿੱਚ ਕੋਈ ਛੋਟੇ ਬੱਚੇ ਵੀ ਨੇ ਕੋਈ 10-15 ਬੱਚੇ ਨੇ ਕੋਈ ਪੱਠਾ ਨੇ ਕੋਈ 10-15 ਵਿੱਚ ਜਿਹੜੀਆਂ ਕੋਈ 10-15 ਵੱਡੀਆਂ ਬੱਕਰੀਆਂ ਨੇ ਉਹ 3-3 4-4 ਕਿਲੋ ਦੁੱਧ ਦਿੰਦੀਆਂ ਨੇ ਰੋਜ਼। ਉਹ ਸਮਝ ਲਓ ਕਿ ਦੁੱਧ ਜਿਹੜਾ ਵੇ 25-30 ਕਿਲੋ 30-35 ਕਿਲੋ ਦੁੱਧ ਜਿਹੜਾ ਨਾ ਆਮ ਰੂਟੀਨ ਨਾਲ ਉਹ ਅਸੀਂ ਦੁੱਧ ਹੀ ਦਿੰਦੇ ਹਾਂ ਸਮਝ ਆਈ ਜੇ। ਉਹ ਸਮਝੋ ਕਿ ਜਿਹੜਾ ਦੁੱਧ ਅਸੀਂ ਦਿੰਦੇ ਹਾਂ ਨਾ ਉਹ ਸਾਡਾ ਨਿਜ਼ਾਮ ਘਰ ਦਾ ਜਿਹੜਾ ਸਰਕਟ ਹੈ ਬੜਾ ਵਧੀਆ ਅੱਲਾਹ ਪਾਕ ਦਾ ਸ਼ੁਕਰ ਹੈ ਚੱਲਦਾ ਹੈ। ਉਸ ਤੋਂ ਬਾਅਦ ਜਿਹੜੇ ਕੁਰਬਾਨੀ ਵਾਸਤੇ ਲੈ ਲਿਆ 10 ਰੱਖ ਲੈਣੇ ਨੇ 20 ਰੱਖ ਲੈਣੇ ਨੇ ਆਪਣੀ ਹਿੰਮਤ ਹੈ। ਠੀਕ ਉਹ ਸਾਲ ਜਿਹੜੇ ਸਾਂਭ ਲੈਣੇ ਨੇ ਉਹ ਸਾਨੂੰ ਬਚਤ ਹੈ ਮਾਸ਼ਾਅੱਲਾ ਜੀ। ਤੇ ਸਰ ਇਹ ਜਿਹੜਾ ਬੱਕਰੀਆਂ ਦਾ ਦੁੱਧ ਹੈ ਇਹਦਾ ਰੇਟ ਕੀ ਤੁਹਾਨੂੰ ਮਿਲਦਾ ਹੈ ਤੇ ਕਿਸ ਜਗ੍ਹਾ ਤੇ ਸੇਲ ਕਰਦੇ ਹੋ? ਜੀ ਇੱਥੇ ਪਿੰਡ ਦੇ ਵਿੱਚ ਹੀ ਕਰਦੇ ਜੇ ਸੇਲ ਤੇ ਰੇਟ ਵੀ ਇਹਦਾ ਜਿਹੜਾ ਜੇ ਬਸ ਲੱਗੀ ਲਾਉਂਦੇ ਨੇ ਨਾ ਦੁੱਧ ਦੀ ਵੀ ਕਿਰੇ 75 ਹੈ ਕਿਰੇ 70 ਹੈ ਕੋਈ 80 ਵੀ ਦਿੰਦਾ ਹੈ ਪਿਆ।
ਇਸੇ ਤਰ੍ਹਾਂ ਹੀ ਹੈ ਬਸ। ਠੀਕ ਹੈ, ਯਾਨੀ 70-80 ਰੁਪਏ ਤੁਹਾਨੂੰ ਰੇਟ ਮਿਲ ਜਾਂਦਾ। 75 ਰੁਪਏ 70-75 ਰੁਪਏ ਜਿਹੜਾ ਨਾ ਆਮ ਰੂਟੀਨ ਨਾਲ ਜਿਹੜਾ ਨਾ ਬੱਕਰੀ ਦਾ ਦੁੱਧ ਜਿਹੜਾ ਵਿਕਦਾ ਹੈ। ਮਾਸ਼ਾਅੱਲਾ, ਜਿਹੜੀਆਂ ਸਰ ਤੁਸੀਂ ਬੱਕਰੀਆਂ ਰੱਖੀਆਂ ਨੇ ਇਹਨਾਂ ਦੀ ਖੂਬਸੂਰਤੀ ਕਾਫੀ ਹੈ, ਸੋਹਣਾ ਉਹਨਾਂ ਦਾ ਕਲਰ ਹੈ। ਇਹ ਨਸਲ ਕਿਹੜੀ ਹੈ ਤੇ ਤੁਸੀਂ ਇਹ ਹੀ ਨਸਲ ਕਿਉਂ ਰੱਖੀ ਹੈ? ਅਸਲ ਵਿੱਚ ਨਾ ਦੂਜੀਆਂ ਨਸਲਾਂ ਨਾਲ ਤਾਂ ਸਾਡਾ ਇੱਕ ਮੈਂ ਗੱਲ ਜਿਹੜੀ ਹਕੀਕਤ ਹੈ ਉਹ ਕਰਨਾ ਵੀ ਸਾਡਾ ਵਾਹ ਵੀ ਨਹੀਂ ਪਿਆ ਵੀ ਸ਼ੁਰੂ ਤੋਂ ਸਾਡੇ ਪਿਓ ਦਾ ਦਿਆ ਹੀ ਨਸਲ ਰੱਖੀ ਹੈ। ਦੂਜੇ ਨੰਬਰ ਤੇ ਅਸੀਂ ਵੀ ਇਹ ਹੀ ਸੁਣਦੇ ਹੁੰਦੇ ਆ ਵੀ ਕਿ ਇਹਨਾਂ ਵਿੱਚ ਹੀ ਜਿਹੜਾ ਨਾ ਸੁਣਦੇ ਕੀ ਆ ਵੀ ਵੇਖਦੇ ਵੀ ਆ ਵੀ ਆਪ ਕੀਤਾ ਵੀ ਹੈ, ਇਹਨਾਂ ਵਿੱਚ ਫਾਇਦਾ ਹੈ। ਇੱਕ ਤੇ ਇਹਨਾਂ ਦੇ ਬੱਚੇ ਜਿਹੜੇ ਨੇ ਸਮਝ ਲਓ ਕਿ ਹੁਣ ਬੱਕਰੀ ਸੂਈ ਹੈ ਨਾ 2-4 ਦਿਨ ਉਹਨੇ ਜਾ ਨੇ ਦੁੱਧ ਪੀਤਾ ਵੇ ਜੰਮਦਾ ਜਾ 2-4 ਦਿਨਾਂ ਦਾ ਜਨਾਬ ਮੇਰੀ ਉਹ 12-14 ਹਜ਼ਾਰ ਦਾ ਸੀ ਵੇਚਣਾ। ਤੇ ਜਿਹੜਾ ਟੈਡੀ ਹੈ ਜਨਾਬ ਮੇਰੀ ਉਹ ਸਮਝ ਲਓ ਕਿ ਸਾਲ ਸਾਂਭੀਏ ਤੇ ਜਾ ਕੇ 12-14 ਹਜ਼ਾਰ ਦਾ ਬਣਦਾ। ਜੀ ਜੀ, ਇਹਨਾਂ ਦਾ ਰੇਟ ਜ਼ਿਆਦਾ ਹੈ ਜੀ, ਰੇਟ ਜ਼ਿਆਦਾ ਤੇ ਦੁੱਧ ਵੀ ਦਿੰਦੀਆਂ ਨੇ। ਜੀ, ਦੁੱਧ ਵੀ ਜ਼ਿਆਦਾ ਦਿੰਦੀਆਂ ਨੇ। ਟੈਡੀ ਹੈ ਜਿਹੜੀ ਉਹ ਇੱਕ ਪਾ ਅੱਧਾ ਕਿਲੋ ਬੜੀ ਵੀ ਚੰਗੀ ਹੋਵੇ ਦੀ ਕੋਈ ਦਰੜੀ ਤੇ ਅੱਧਾ ਕਿਲੋ ਦੇ ਛੜੇ। ਠੀਕ ਹੈ, ਮੈਨੂੰ ਵੀ ਯਕੀਨ ਕਿ ਕਿਲੋ ਵੀ ਦਿੰਦੀ ਹੋ। ਤੇ ਸਰ ਨਸਲ ਕਿਹੜੀ ਹੈ? ਇਹ ਦੇਸੀ ਜੇ ਸਾਰੀਆਂ ਬੱਕਰੀਆਂ ਅਜੇ ਨਾਲ ਬੰਦੇ ਬੇਤਲ ਵੀ ਆਖਦੇ ਨੇ। ਅੱਗੋਂ ਵਿੱਚ ਰੰਗ ਹੁੰਦੇ ਨੇ ਜਨਾਬ ਮੇਰੀ ਆ ਬੱਲੀ ਛਿਣੀ ਹੈ ਸਮਝ ਲਓ, ਇਹ ਛਿਣੀ ਹੈ ਨੀਰੀ, ਇਹ ਵੀ ਛਿਣੀ ਹੈ, ਇਹ ਲੋਈ ਹੈ, ਕੁਤੇਲੀ ਹੈ, ਇਸ ਤਰ੍ਹਾਂ ਕਰਕੇ ਯਾਨੀ 3-4 ਨਸਲਾਂ ਨੇ। ਇਹ ਦੇਸੀ ਦੀ ਜੀ ਨਸਲ ਇੱਕ ਹੀ ਹੈ ਦੇਸੀ। ਅੱਗੋਂ ਫਿਰ ਜਿਹੜੇ ਵਿੱਚ ਰੰਗ ਹੁੰਦੇ ਨੇ ਨਾ ਰੰਗ ਕੋਈ ਬੱਲਾ ਛਿਣਾ ਹੈ, ਕੋਈ ਜਨਾਬ ਮੇਰੀ ਬੱਲਾ ਤੇਲਾ ਹੈ, ਕੋਈ ਜਨਾਬ ਮੇਰੀ ਨਿਰਾ ਤੇਲਾ ਹੈ, ਕੋਈ ਲੋਹਾ ਆਵੇ, ਬਸ ਇਸੇ ਤਰ੍ਹਾਂ ਹੀ ਕੋਈ ਸ਼ੇਰਾ ਆਵੇ ਜੀ। ਯਾਨੀ ਕਿ ਜਿਹੜਾ ਰੰਗ ਹੈ ਉਸ ਰੰਗ ਦੀ ਵਜ੍ਹਾ ਤੋਂ ਉਹਨਾਂ ਦਾ ਉਹ ਨਾਮ ਮਸ਼ਹੂਰ ਹੋ ਜਾਂਦਾ ਹੈ। ਜੀ ਜੀ, ਨਸਲ ਵੈਸੇ ਦੇਸੀ ਹੈ। ਨਸਲ ਦੇਸੀ। ਠੀਕ ਹੈ, ਮਾਸ਼ਾਅੱਲਾ ਸਰ, ਬੜੀਆਂ ਸੋਹਣੀਆਂ ਤੁਸੀਂ ਗੱਲਾਂ ਦੱਸ ਦਿਓ ਪਏ ਜੀ। ਬੜੀ ਦੂਰ ਤੱਕ ਤੁਸੀਂ ਜਿੱਥੋਂ ਤੱਕ ਵੀ ਜਾਓ ਦੇ ਨਾਲ ਨਸਲ ਇੱਕ ਹੀ ਹੋਵੇ ਜੀ ਜੀ, ਰੰਗ ਦਾ ਫਰਕ ਹੋਵੇ। ਠੀਕ ਹੈ। ਅੱਗੋਂ ਫਿਰ ਇੱਕ ਹੋਰ ਗੱਲ ਹੈ ਨਾ ਬਈ ਹੁਣ ਇੱਥੋਂ ਇੱਕ ਲੈ ਲਈ ਅਸੀਂ ਲੈ ਜਾਂਦੇ ਆ ਜਨਾਬ ਮੇਰੀ, ਤੁਸੀਂ ਲੈ ਜਾਂਦੇ ਤੁਸੀਂ ਉਹਨੂੰ ਸਾਲ ਇੱਕ ਸਾਂਭ ਦਿਓ, ਸਾਲ ਬਾਅਦ ਜਨਾਬ ਮੇਰੀ ਉਹ ਸਮਝ ਲਓ ਕਿ ਬਣਨ ਦੇ ਕਾਬਲ ਹੋ ਜਾਂਦੀ ਹੈ। ਫਿਰ ਵੀ ਉਹਨੂੰ ਬਣਵਾਉਣਾ ਨਹੀਂ, 2 ਸਾਲ ਬਾਅਦ ਜਿਹੜੇ ਵੇਲੇ ਉਹ ਦੁੰਦੀ ਲੱਗ ਜੇ ਜਨਾਬ ਮੇਰੀ ਫਿਰ ਉਹਨੂੰ ਜਿਹੜਾ ਨਾ ਬੰਨ ਲਵਾਉਣਾ, ਫਿਰ ਉਹ ਚੰਗੀ ਬੱਕਰੀ ਬਣ ਜੇ ਦੀ ਵੱਡੀ ਕੱਦ ਬੁੱਤ ਕਰ ਜੇ ਦੀ ਸਮਝ ਆਈ। ਜੇ ਸਾਲ ਬਾਅਦ ਉਹਨੂੰ ਵੰਨ ਕਰਾ ਦਈਏ ਨਾ ਕਈਆਂ ਬੰਦਿਆਂ ਨੂੰ ਸ਼ੌਕ ਹੁੰਦਾ ਨਾ ਨਵੇਂ ਬੰਦੇ ਨੂੰ ਕਿ ਉਹ ਜਲਦੀ ਇਹਨੂੰ ਵੰਨ ਕਰਾਈਏ ਜਨਾਬ ਮੇਰੀ ਬੱਚੇ ਹੋਣ ਦੇ ਦੁੱਧ ਦੇ ਦੀ ਇੰਜ ਜੇ ਉਹ ਨਹੀਂ ਸਹੀ ਹੁੰਦਾ, ਉਹ ਫਿਰ ਕੱਦ ਨਹੀਂ ਵੱਧਦਾ। ਪੂਰੀ ਦੁਨੀਆ ਤੇ ਤੁਸੀਂ ਇਹ ਜਿਹੜੀਆਂ ਬੱਕਰੀਆਂ ਨੇ ਨਾ ਪੂਰੀ ਦੁਨੀਆ ਤੇ ਤੁਸੀਂ ਜਿੱਥੇ ਦਿਲ ਲਗੇ ਜਿਹੜਾ ਦੇਸੀ ਮਾਲ ਹੈ ਨਾ ਉਹ ਇੱਕ ਹੀ ਚੀਜ਼ ਸਮਝ ਆਈ ਜੇ। ਬਾਕੀ ਰੰਗ ਸ਼ੰਗ ਵਿੱਚ ਹੁੰਦੇ ਨੇ ਕੋਈ ਬੱਲੀ ਹੈ ਕੋਈ ਛੀਣੀ ਹੈ, ਬਸ ਇਸੇ ਤਰ੍ਹਾਂ ਕੋਈ ਇੱਥੇ ਹੁਣ ਇਹ ਬੱਕਰੀ ਹੈ ਜਿਸ ਤਰ੍ਹਾਂ ਇਹ ਬੱਕਰੀ ਚੰਗੀ ਬੱਕਰੀ ਹੈ, ਇਹ ਹੀ ਨਸਲ ਹੈ ਦੇਸੀ, ਲੇਕਿਨ ਇਹਦਾ ਦੂਜੀਆਂ ਨਾਲ ਇਹਦੇ ਥੋੜਾ ਸਾਰਾ ਫਰਕ ਹੈ, ਇਹਦਾ ਥੋੜਾ ਕੱਦ ਛੋਟਾ ਹੈ। ਕੋਈ ਇਸ ਵਜ੍ਹਾ ਤੋਂ ਕਿ ਕਿਰੇ ਲੈ ਨੂੰ ਗੱਦੀ ਸ਼ਦੀ ਨਹੀਂ ਚੜੀ ਹੋਣੀ ਜੀ ਜੀ, ਤੇ ਬੋਲੀ ਹੈ ਕਿਰੇ ਤੈਨੂੰ ਵੰਨ ਲਾ ਖੜੀ ਉਹਦੀ ਵਜ੍ਹਾ ਨਾਲ ਕੱਦ ਬਸ ਛੋਟਾ ਰਹਿ ਗਿਆ। ਠੀਕ ਹੈ, ਬਾਕੀ ਨਸਲ ਸਾਰੀ ਇੱਕ ਹੀ। ਸਰ ਤੁਸੀਂ ਬੜਾ ਇਹ ਅਹਿਮ ਤੇ ਅੱਛਾ ਪੁਆਇੰਟ ਦੱਸਿਆ, ਯਾਨੀ ਕਿ ਅਗਰ ਇਹਨਾਂ ਨੂੰ ਵੰਨ ਲਵਾਉਣਾ ਹੈ ਤੇ ਕਮ ਸੇ ਕਮ ਇਹਨਾਂ ਦੀ ਉਮਰ ਕੋਈ 2 ਸਾਲ ਹੋਏ। 2 ਸਾਲ ਹੋਣੀ ਚਾਹੀਦੀ, 2 ਸਾਲ। ਠੀਕ ਹੈ ਜੀ। ਇੱਕ ਤਰੀਕਾ ਤੁਹਾਨੂੰ ਵੰਨ ਲਵਾਉਣ ਦਾ ਹੋਰ ਵੀ ਦਸੀਏ ਜੀ ਕਿ ਜਦੋਂ ਵੀ ਵਿਸਾਖ ਹੁੰਦਾ, ਵਿਸਾਖ ਦੇ ਵਿੱਚ ਪਤਾ ਜੇ ਕਣਕਾਂ ਛਣਕਾਂ ਵੱਢਦੇ ਨੇ ਲੋਕ ਜੀ ਜੀ, ਉਸ ਟਾਈਮ ਜਦੋਂ ਬੱਕਰੀਆਂ ਬੋਲਦੀਆਂ ਨੇ ਨਾ ਉਸ ਵੇਲੇ ਵੰਨ ਲਵਾਈਏ ਤੇ ਫਿਰ ਬੱਕਰੀਆਂ ਸੂਣੀਆਂ ਨੇ ਜਾ ਕੇ ਅੱਸੇ ਕੱਤੇ ਦੇ ਵਿੱਚ ਉਹ ਜਿਹੜੇ ਬੱਚੇ ਹੁੰਦੇ ਨੇ ਨਾ ਉਹ ਸਮਝੋ ਕਿ ਮੰਗਰ ਪੋ ਹੁਣ ਤੱਕ ਬੱਚੇ ਠੀਕ ਠਾਕ ਹੋ ਜਾਂਦੇ ਨੇ, ਤਗੜੇ ਹੋ ਜਾਂਦੇ ਨੇ ਜੀ ਜੀ, ਸਮਝ ਆਈ ਜੇ। ਉਹਨਾਂ ਨੂੰ ਫਿਰ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਹੁੰਦਾ। ਬਾਕੀ ਤੇ ਫਿਰ ਗੱਲ ਸਾਰੀ ਅੱਲਾਹ ਪਾਕ ਦੇ ਹੱਥ ਵਾਸਤੇ ਨਾ ਜੀ ਜੀ, ਬੰਦੇ ਦੇ ਹੱਥ ਵਾਸਤੇ ਕੁਝ ਨਹੀਂ ਨਾ। ਉਹ ਜਨਾਬ ਮੇਰੀ ਸਿਆਲ ਦੇ ਵਿੱਚ ਜਾ ਜਿਹੜੇ ਨੇ ਉਹ ਤਗੜੇ ਹੋ ਜਾਂਦੇ ਨੇ, ਚੰਗੇ ਲੇਲੀਆਂ ਹੋਣੀਆਂ ਲੇਲੇ ਹੁਣ ਚੰਗਾ ਕੱਦ-ਬੁੱਤ ਕਰ ਜਾਂਦੇ ਨੇ ਕਿਉਂਕਿ ਠੰਡ ਹੁੰਦੀ ਹੈ, ਖਾਂਦੇ ਪੀਂਦੇ ਚੰਗਾ ਨੇ ਜੀ ਜੀ। ਗਰਮੀ ਦੇ ਵਿੱਚ ਜਿਹੜੀਆਂ ਬੱਕਰੀਆਂ ਲਵਾਈਦੀਆਂ ਨੇ ਨਾ ਜਨਾਬ ਮੇਰੀ ਅਸੇ ਕਿਤੇ ਤੇ ਉਹ ਜਾ ਕੇ ਸੁਣੀਆਂ ਨੇ ਫੱਗਣ ਚੇਤਰ ਉਹ ਜਾ ਨਹੀਂ ਬਚਦੇ। ਉਹ ਜਿਸ ਤਰ੍ਹਾਂ ਦੁੱਧ ਪੀਂਦੇ ਨੇ ਉਂਝ ਹੀ ਦੁੱਧ ਵਾਹ ਵੀ ਛੱਡਦੇ ਨੇ ਸਮਝ ਆਈ ਜੇ। ਪੱਠਾ ਗਰਮ ਹੁੰਦਾ। ਬੱਕਰੀ ਨੂੰ ਵੰਨ ਕਰਾਉਣ ਦਾ ਇਹ ਤਰੀਕਾ ਹੈ ਕਿ ਜਨਾਬ ਮੇਰੀ ਉਹਨੂੰ ਵਿਸਾਖ ਵਿੱਚ ਜੇਠ ਵਿੱਚ ਕਰਾਓ, ਵਿਸਾਖੇ ਵਿੱਚ ਜਨਾਬ ਮੇਰੀ ਤੋਂ ਅਸੇ ਕਿਤੇ ਦੇ ਵਿੱਚ ਜਾ ਕੇ ਸੂਵੇ ਤੇ ਫਿਰ ਉਹ ਜਾ ਵਧੀਆ ਹੁੰਦਾ। ਵਕਾਰ ਸਾਹਿਬ ਇੱਕ ਹੋਰ ਸਵਾਲ ਹੈ, ਫਿਰ ਬੱਕਰੀ ਨੂੰ ਸਾਲ ਵਿੱਚ ਇੱਕ ਦਫਾ ਵੰਨ ਲਵਾਉਣਾ ਚਾਹੀਦਾ ਜਾਂ ਕਿ 2 ਸੂਏ ਲੈਣਾ ਬਿਹਤਰ ਹੈ? ਦੇਖੋ ਆਪਣੀ ਸਾਂਭ ਦੀ ਵੀ ਗੱਲ ਹੁੰਦੀ ਹੈ, ਬਾਕੀ ਸਾਲ ਦੇ ਵਿੱਚ ਇੱਕ ਹੀ ਸੂਆ ਲਈਏ ਤੇ ਉਹ ਸਹੀ ਹੁੰਦਾ, ਉਹ ਬਿਹਤਰ ਹੁੰਦਾ ਕਿਉਂਕਿ ਬੱਕਰੀ ਵੀ ਜਾਨ ਸਾਜ ਰਹਿੰਦੀ ਹੈ, ਸੈੱਟ ਰਹਿੰਦੀ ਹੈ ਤੇ ਬੱਚੇ ਜਿਹੜੇ ਨੇ ਉਹ ਵੀ ਠੀਕ ਠਾਕ ਹੁੰਦੇ। ਸਮਝ ਆਈ ਜੀ ਜੀ। ਇਸ ਤਰ੍ਹਾਂ ਹੀ ਸਮਝ ਲਓ ਕਿ ਜਿਸ ਤਰ੍ਹਾਂ ਇਨਸਾਨ ਹੈ ਹੁਣ ਜਨਾਬ ਮੇਰੀ ਬੱਚਾ ਪੈਦਾ ਹੁੰਦਾ ਜੀ ਤੇ ਡਾਕਟਰ ਜਾਂ ਨਰਸਾਂ ਆਉਂਦੇ ਨੇ ਕਿ ਹੁਣ ਤੁਸੀਂ 2 ਸਾਲ ਦਾ ਵਕਫਾ ਕਰਨਾ ਜੀ ਜੀ ਠੀਕ। ਇਸੇ ਵਾਰ ਜਾਂਦੇ ਨੇ ਨਾ ਵੀ ਮਾਂ ਵੀ ਠੀਕ ਠਾਕ ਤੇ ਅੱਗੋਂ ਜਿਹੜਾ ਬੱਚਾ ਪੈਦਾ ਹੁੰਦਾ ਉਹ ਵੀ ਸਿਹਤਮੰਦ ਪੈਦਾ ਹੁੰਦਾ। ਸਮਝ ਆਈ ਜੀ। ਬਿਲਕੁਲ ਇਹ ਹਿਸਾਬ ਇਹਨਾਂ ਦਾ ਵੇ ਜੇ 6 ਮਹੀਨਿਆਂ ਬਾਅਦ ਫੇਰ ਇਹਨੂੰ ਵੰਨ ਕਰਾ ਹੜੀਏ ਤੇ ਜਨਾਬ ਮੇਰੀ ਬੱਚੇ ਵੀ ਉਹ ਵੀ ਪਜੂੰਗੜੇ ਹੀ ਹੋਣੇ ਨੇ। ਸਮਝ ਆਈ ਜੀ। ਤੇ ਬੱਕਰੀ ਵੀ ਦਿਨੋਂ ਦਿਨ ਘਟਣਾ ਹੀ ਹੈ, ਵਧਣਾ ਕੋਈ ਨਹੀਂ। ਬਿਲਕੁਲ ਸਹੀ ਹੋ ਜਾਣੀ। ਬੜੀ ਸੋਹਣੀ ਗੱਲ ਕੀਤੀ। ਜਿੱਥੇ ਉਹਦੇ ਸਮਝੋ ਕਿ 10 ਸਾਲ ਉਹਦੀ ਜ਼ਿੰਦਗੀ ਉੱਥੇ 5-7 ਸਾਲ ਕੱਢੇ।
ਸਰ ਗੋਟ ਫਾਰਮਿੰਗ 'ਚ ਇੱਕ ਜਿਹੜਾ ਅਹਿਮ ਰੋਲ ਹੈ ਉਹ ਬਰੀਡਰ ਦਾ ਵੀ ਹੁੰਦਾ ਹੈ, ਯਾਨੀ ਕਿ ਅਗਰ ਕਾਮਯਾਬੀ ਲੈਣੀ ਹੈ ਤੇ ਬਰੀਡਰ ਵੀ ਅੱਛਾ ਰੱਖਣਾ ਚਾਹੀਦਾ ਹੈ। ਜੀ। ਮਾਸ਼ਾਅੱਲਾ ਜਿਹੜਾ ਤੁਸੀਂ ਬਰੀਡਰ ਰੱਖਿਆ ਸਾਹਮਣੇ ਨਜ਼ਰ ਆ ਰਿਹਾ ਹੈ, ਜੀ। ਇਹਦੀਆਂ ਕੋਈ ਖੂਬੀਆਂ ਦੱਸੋ ਕਿ ਜਿਹੜਾ ਬਰੀਡਰ ਹੈ ਉਹਦੀ ਕਮ ਸੇ ਕਮ ਕਿੰਨੀ ਉਮਰ ਹੋਏ ਤੇ ਤੁਸੀਂ ਉਹਨੂੰ ਇਸਤੇਮਾਲ 'ਚ ਲਿਆਉਂਦੇ ਹੋ, ਤੇ ਇਹਦੇ ਕੀ ਖੂਬੀ ਹੈ, ਕੀ ਕੋਈ ਇਹਦੀ ਪਹਿਚਾਣ ਹੈ ਜਿਹੜਾ ਅੱਛਾ ਬਰੀਡਰ ਹੈ? ਇਹਦੀ ਤਕਰੀਬਨ ਇਹਨੂੰ ਇਸਤੇਮਾਲ ਕਰਨ ਵਾਸਤੇ ਤਕਰੀਬਨ 2 ਸਾਲ ਜਿਹੜੀ ਹੈ ਨਾ ਇਹਦੀ ਉਮਰ ਹੋਣੀ ਚਾਹੀਦੀ ਜੀ ਜੀ। ਉਹੀ ਤਾਂ ਸਾਲ ਬਾਅਦ ਦੋਂਦਾ ਲੱਗ ਜਾਂਦਾ, ਲੇਕਿਨ ਇਹਦੇ ਵਾਸਤੇ ਵੀ ਬਿਹਤਰ ਹੈ ਤੇ ਸਾਡੇ ਵਾਸਤੇ ਵੀ, ਇਸ ਵਾਸਤੇ ਕਿ ਇਹਦੀ ਵੀ ਜਾਨ ਸੈੱਟ ਰਹਿੰਦੀ ਹੈ। ਤੇ ਫਿਰ ਜਨਾਬ ਮੇਰੀ ਇਹ ਵੇ ਕਿ ਕੱਦ ਬਹੁਤ ਚੰਗਾ ਕਰ ਜਾਂਦਾ। ਜੇ ਬਿਲਕੁਲ ਬੱਚੇ ਨੂੰ ਜਨਾਬ ਮੇਰੀ ਇਸ ਪਾਸੇ ਲਾ ਦੀ ਬੱਕਰੀਆਂ ਮਨ ਕਰਵਾਉਣ ਲੱਗ ਪਈ ਤੇ ਫਿਰ ਉਹਨੇ ਵੀ ਤੇ ਉਹਵਾ ਕੁਝ ਹੀ ਰਹਿਣਾ। ਜੀ ਜੀ। ਕੀ ਖਿਆਲ ਹੈ? ਤੇ ਸਾਰੇ ਦੀਆਂ ਕੋਈ ਨਿਸ਼ਾਨੀਆਂ ਦੱਸੋ। ਨਿਸ਼ਾਨੀਆਂ ਇਹਦੀਆਂ ਆਈ ਜੇ ਚੰਗਾ ਹੋਣ ਦੀਆਂ, ਤਾਂ ਸਿੰਘ ਸੋਹਣੇ ਨੇ, ਨਾਰੇ ਨੇ, ਰੰਗ ਵੀ ਸੋਹਣਾ, ਬੱਲਾ ਸੋਹਣਾ ਰੰਗ ਹੈ, ਕੱਦ ਬੁੱਤ ਵੀ ਚੰਗਾ ਵੇ, ਇਹ ਨਿਸ਼ਾਨੀਆਂ ਹੁੰਦੀਆਂ ਨੇ। ਠੀਕ ਹੈ, ਮਾਸ਼ਾਅੱਲਾ ਜੀ, ਸੋਹਣਾ ਬਰੀਡਰ ਹੈ ਜੀ। ਅੱਛਾ ਵਿਕਾਸ ਭਾਈ, ਜਿਹੜੇ ਨਵੇਂ ਦੋਸਤ ਇਹ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਕੋਲ ਕਮ ਸੇ ਕਮ ਕਿੰਨੇ ਪੈਸੇ ਹੋਣ ਤੇ ਕਿੰਨੀਆਂ ਬੱਕਰੀਆਂ ਤੋਂ ਇਹ ਕੰਮ ਸ਼ੁਰੂ ਕਰਨ, ਤੇ ਪੱਠਾਂ ਲੈਣ, ਗੱਬਨ ਲੈਣ ਜਾਂ ਕਿ ਸੂਈਆਂ ਲੈਣ? ਠੀਕ ਠੀਕ। ਇਹ ਸਾਰੇ ਕੰਮ ਸ਼ੁਰੂ ਕਰਨ ਵਾਸਤੇ ਸਭ ਤੋਂ ਪਹਿਲਾਂ ਤੇ ਬੰਦਾ ਆਪ ਕੰਮ ਕਰਨ ਵਾਸਤੇ ਤਿਆਰ ਹੋਣਾ ਚਾਹੀਦਾ, ਆਪ ਕੰਮ ਇਹ ਕਰੇ। ਜੀ ਜੀ। ਜਿਹੜਾ ਤੁਸੀਂ ਸਮਝਦੇ ਨਾ ਵੀ ਕੋਈ ਬੰਦਾ ਤਨਖਾਹ ਤੇ ਰੱਖ ਲਾਂਦੇ 10-15 ਹਜ਼ਾਰ ਰੁਪਇਆ ਤਨਖਾਹ ਦਿਆਂ ਤੋਂ ਸਾਡੀਆਂ ਬੱਕਰੀਆਂ ਚਾਰ ਕੇ ਲਿਆ ਦੇਦਾ, ਬਿਲਕੁਲ ਉਹ ਗੱਲ ਗਲਤ ਹੈ। ਕੋਈ ਬੰਦਾ ਵੀ ਜਿਸ ਤਰ੍ਹਾਂ ਸਮਝ ਲਓ ਕਿ ਹੁਣ ਸਾਨੂੰ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਕਿੰਝ ਚਾਰਨਾ ਹੈ, ਇਹਨਾਂ ਨੂੰ ਕਿੰਨੀ ਵਾਰੀ ਪਾਣੀ ਦਿਹਾੜੀ ਵਿੱਚ ਡਾਣਾ, ਸਾਨੂੰ ਸਾਰੀ ਗੱਲ ਦੀ ਸਮਝ ਆਈ ਜੇ। ਤੇ ਸਮਝ ਲਓ ਕਿ ਜਿਸ ਤਰ੍ਹਾਂ ਨੌਕਰ ਰੱਖ ਲੈਨੇ ਜਨਾਬ ਮੇਰੀ, ਉਹਨੇ ਇੱਥੋਂ ਕੱਢੇ ਦਾ ਸਾਡੀਆਂ ਅੱਖਾਂ ਨੂੰ ਜਿਸ ਟਾਈਮ ਮੋਲੇ ਹੋਵੇ ਤਾਂ ਜਾ ਕੇ ਉਹਨੂੰ ਛਾਵੇਂ ਭਾਖੜੇ ਦਾ ਵੀ ਛਾਵੇਂ ਕਿਰੇ ਲੰਮਾ ਪੈਰ ਹੋਵੇ। ਕੀ ਖਿਆਲ ਹੈ? ਬਿਲਕੁਲ ਇਹ ਤਰੀਕਾਕਾਰ ਗਲਤ ਹੁੰਦਾ, ਇਸ ਤਰ੍ਹਾਂ ਨੁਕਸਾਨ ਹੁੰਦਾ। ਬੱਕਰੀਆਂ ਰੱਜਦੀਆਂ ਨਹੀਂ, ਲਿਸੀਆਂ ਹੋ ਜਾਂਦੀਆਂ ਨੇ। ਲਿਸੀਆਂ ਹੋਣ ਜਿਹੜੇ ਵੇਲੇ ਤਾਂ ਜ਼ਾਹਰੀ ਗੱਲ ਹੈ ਫਿਰ ਕਸਾਈਆਂ ਹੀ ਲੈਣੀਆਂ ਹੁੰਦੀਆਂ ਨੇ। ਜਿਹੜਾ ਉਹ ਮੁੱਲ ਭਰਿਆ ਹੁੰਦਾ ਵੇ ਉਹ ਫਿਰ ਮੁੱਲ ਨਹੀਂ ਲੱਭਦਾ। ਸਮਝ ਆਈ ਜੇ? ਜੋ ਦਿਲ ਪੇ ਕਰੀਏ। ਤੇ ਬੱਕਰੀਆਂ ਜਿਸ ਟਾਈਮ ਲਈਏ ਜਨਾਬ ਮੇਰੀ, ਤੇ ਬੱਕਰੀ ਵੇਖ ਤੱਕ ਕੇ ਲੈਣੀ ਚਾਹੀਦੀ। ਬੱਕਰੀ ਗੱਭਣ ਵੀ ਹੋਵੇ ਤਾਂ ਵੀ ਠੀਕ ਹੈ, ਲੇਕਿਨ ਉਹ ਜਿਹੜੀਆਂ ਪੱਠਾਂ ਛੱਠਾਂ ਲੈ ਕੇ ਆਪ ਬੰਦਾ ਜਨਾਬ ਮੇਰੀ ਉਹਨਾਂ ਨੂੰ ਬੰਨ ਕਰਾਏ, ਉਹਨਾਂ ਨੂੰ ਸਾਂਭੇ ਕੋਈ ਸਾਲ 6 ਮਹੀਨੇ, ਤੇ ਉਹਦੇ ਵਿੱਚ ਜ਼ਰਾ ਫਾਇਦਾ ਹੁੰਦਾ ਵੇ। ਗੱਭਣ ਜਿਹੜੀ ਉਹ ਤੁਹਾਨੂੰ ਉਸ ਹਿਸਾਬ ਨਾਲ ਮਹਿੰਗੀ ਵੀ ਲੱਭਣੀ ਨਹੀਂ, ਤੇ ਜਿਹੜੀ ਪੱਛੜ ਹੋਣੀ ਹੈ ਸਮਝ ਲਓ ਕਿ ਪੱਠ ਹੋਣੀ ਹੈ ਬਿਲਕੁਲ ਅੱਗੇ ਨਹੀਂ ਸੂਈ ਵੰਸ਼ਾਨ ਨਹੀਂ ਲੱਗੀ, ਉਹ ਤੁਹਾਨੂੰ ਜਰਾ ਵੱਲ ਲੱਭ ਜੇ। ਤੇ ਪੈਸੇ ਜਿਹੜੇ ਨੇ ਉਹ ਤਕਰੀਬਨ 15 ਬੱਕਰੀਆਂ ਬਣਾਉਣੀਆਂ ਹੁਣ ਤੇ ਰੁਪਈਆ 10-12 ਲੱਖ ਹੋਣਾ ਚਾਹੀਦਾ। ਠੀਕ ਹੈ ਜੀ। ਤੇ ਅੱਗੋਂ ਫਿਰ ਸਫਾਈ ਦਾ ਵੀ ਖਿਆਲ ਰੱਖਣਾ ਪੈਂਦਾ, ਆਪ ਬੰਦਾ ਇਹਨਾਂ ਨੂੰ ਚਾਰਨ ਜਾਏ। ਸਮਝ ਲਓ ਕਿ ਬੜਾ ਤਰੀਕਾਕਾਰ ਜਿਹੜਾ ਨਾ, ਐਵੇਂ ਨਹੀਂ ਕਿ ਬੱਕਰੀਆਂ 10 ਲੈਣ ਦੀਆਂ ਨੇ ਤਾਂ ਉਹਨਾਂ ਨੂੰ ਲਿਆ ਕੇ ਇੱਥੇ ਡੱਕ ਛੜਿਆ, ਭੁੱਖੀਆਂ ਪਈਆਂ ਮਰਨੀਆਂ, ਜਰਾ ਕੱਢੀਆਂ ਨੇ ਇੱਥੇ ਲਿਆ ਗਈਆਂ, ਫਿਰ ਪੱਠੇ ਪਾ ਦਿੱਤੇ ਨੇ। ਇਸ ਤਰ੍ਹਾਂ ਨਹੀਂ ਨਿਜ਼ਾਮ ਚੱਲਦਾ। ਇਹ ਸਮਝ ਲਓ ਕਿ ਆਪਣੇ ਨਾਲੋਂ ਜ਼ਿਆਦਾ ਜਿਹੜਾ ਨਾ ਇਹਨਾਂ ਦਾ ਧਿਆਨ ਰੱਖਣਾ ਪੈਂਦਾ। ਇੰਜ ਵੀ ਹੁੰਦਾ ਕਿ ਇਹਨਾਂ ਨੂੰ ਛਾਵੇਂ ਵੀ ਰੱਖਣਾ ਪੈਂਦਾ ਤੇ ਆਪ ਧੁੱਪੇ ਵੀ ਖਲੋਣਾ ਪੈਂਦਾ। ਜੀ ਜੀ ਜੀ। ਤੇ ਇਸ ਤਰ੍ਹਾਂ ਫਿਰ ਬੜਾ ਔਖਾ ਕੰਮ ਹੈ ਨਾ। ਠੀਕ। ਐਵੇਂ ਨਹੀਂ ਕਿ ਬੱਕਰੀਆਂ ਲੈਣ ਦੀਆਂ ਨੇ ਤੇ ਰੱਖ ਲਈਆਂ ਨੇ ਤੇ ਬਸ ਜੀ ਬੱਕਰੀਆਂ ਰੱਖੀਆਂ ਨੇ, ਫਾਰਮ ਬਣਾ ਲਿਆ ਇੰਜ ਹੋਵੇ, ਉਹ ਨੁਕਸਾਨ ਹੀ ਹੁੰਦਾ ਬੰਦੇ ਦਾ, ਐਵੇਂ ਪੈਸਾ ਖਰਾਬ ਕਰਨ ਵਾਲੀ ਗੱਲ। ਜੀ ਜੀ ਸਰ, ਮਿਹਨਤ ਕਰਨੀ ਪੈਂਦੀ ਹੈ। ਬੜੀ ਸੋਹਣੀ ਗੱਲ ਕੀਤੀ ਤੁਸੀਂ, ਮਾਸ਼ਾਅੱਲਾ ਸਰ, ਤੁਸੀਂ ਦਿਲ ਖੁਸ਼ ਕੀਤਾ। ਬੜੀਆਂ ਸੋਹਣੀਆਂ ਤੇ ਉਮਦਾ ਗੱਲਾਂ ਦੱਸੀਆਂ ਨੇ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਵੀ ਮਜ਼ੀਦ ਇਜ਼ਾਫਾ ਤਾ ਫਰਮਾਏ। ਤੇ ਜਿਹੜੇ ਦੋਸਤ ਭਾਈ ਨਾਲ ਰਾਬਤਾ ਕਰਨਾ ਚਾਹੁੰਦੇ ਨੇ, ਕੋਈ ਜਾਨਵਰ ਲੈਣਾ ਚਾਹੁੰਦੇ ਨੇ ਜਾਂ ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ, ਭਾਈ ਯਾਰਾਂ ਦਾ ਰਾਬਤਾ ਨੰਬਰ? ਜੀ ਰਾਬਤਾ ਨੰਬਰ ਸਰ ਉਹ ਅੱਗੇ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਮੈਂ, ਮੇਰਾ ਨਾਮ ਹੈ ਮੁਹੰਮਦ ਵਿਕਾਸ, ਸਮਝ ਆਈ ਜੇ, ਜ਼ਿਲ੍ਹਾ ਗੁਜਰਾਤ, ਪਿੰਡ ਮੇਰਾ ਭਕੋਕੀ। ਨੰਬਰ ਹੈ ਮੇਰਾ 0304 60 39 244। ਜੀ ਵਿਕਾਸ ਭਾਈ, ਬਹੁਤ ਸ਼ੁਕਰੀਆ। ਅੱਲਾਹ ਹਾਫਿਜ਼।